ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਵੀਡੀਓ ਵਿੱਚ ਅਸੀਂ ਵਿਦੇਸ਼ੀ ਗੁਰਦੁਆਰਿਆਂ ਦੇ ਪ੍ਰਬੰਧਕੀ ਢਾਂਚੇ ਬਾਰੇ ਵਿਚਾਰ ਸਾਂਝੇ ਕੀਤੇ ਸੀ। ਇਸ ਵੀਡੀਓ ਵਿੱਚ ਅਸੀਂ ਗੁਰਦੁਆਰਾ ਪ੍ਰਬੰਧ ਅਤੇ ਪ੍ਰਚਾਰਕ ਸ਼੍ਰੇਣੀ ਲਈ ਦਿਸ਼ਾ ਸੇਧ ਬਾਰੇ ਵਿਚਾਰ ਸਾਂਝੇ ਕਰਾਂਗੇ। ਜੀਵਨ ਭਰ ਇਸ ਧਾਰਮਿਕ ਜਗਤ ਵਿੱਚ ਵਿਚਰ ਕੇ ਜੋ ਅਨੁਭਵ ਹੋਇਆ ਉਹ ਆਪ ਸਭ ਦੇ ਸਾਹਮਣੇ ਰੱਖ ਰਹੇ ਹਾਂ ਤਾਂ ਕਿ ਕੋਈ ਦਿਸ਼ਾ ਸੇਧ ਅਪਣਾਈ ਜਾਵੇ ਅਤੇ ਗੁਰਬਾਣੀ ਨੂੰ ਸਮੁੱਚੇ ਸੰਸਾਰ ਦੇ ਕੰਨਾਂ ਤੱਕ ਪਹੁੰਚਾਇਆ ਜਾ ਸਕੇ। ਸਮੂਹ ਜਗਤ ਇਸ ਗੁਣਕ ਨਾਮ ਖੁਦਾਏ ਤੋਂ ਲਾਭਵੰਦ ਹੋ ਸਕੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਜੋ ਨਾਮ ਸਿਮਰਨ ਮਹਿਮਾ ਦਾ ਸੂਰਜ ਉਦੇ ਹੋਇਆ ਸੀ, ਉਸ ਅੱਗੇ ਆਈਆਂ ਕਾਲੀਆਂ ਬੱਦਲੀਆਂ ਨੂੰ ਛਾਟਿਆ ਜਾਵੇ ਤਾਂ ਜੋ ਗੁਰਮਤਿ ਦੀ ਰੋਸ਼ਨੀ ਨੂੰ ਅੰਜਰੇ ਆਮ ਕੀਤਾ ਜਾ ਸਕੇ। ਧਰਮ ਵਿਅਕਤੀਗਤ ਰਸਦਾਇਕ ਸੰਪਦਾ ਹੈ। ਅਗਰ ਕੋਈ ਇੱਕ ਇਸ ਪਰਮ ਰਸ ਨੂੰ ਪ੍ਰਾਪਤ ਕਰ ਲਵੇ ਤਾਂ ਉਹ ਇਸ ਰਸ ਦੀ ਤਰਫ ਚੱਲਣ ਦੇ ਇਸ਼ਾਰੇ ਤਾਂ ਕਰ ਸਕਦਾ ਹੈ, ਪਰ ਉਸ ਰਸ ਨੂੰ ਪ੍ਰਤੱਖ ਨਹੀਂ ਕਰ ਸਕਦਾ। ਉਹ ਅਗਾਧ ਬੋਧ ਵਿਸਮਾਦੀ ਅਵਸਥਾ ਹੈ। ਸ਼ਬਦ ਪ੍ਰਮਾਣ ਦੁਆਰਾ ਹੀ ਥੋੜਾ ਸੰਕੇਤ ਕੀਤਾ ਜਾ ਸਕਦਾ ਹੈ ਅਤੇ ਉਹ ਸੰਕੇਤ ਵੀ ਗੂੰਗੇ ਦੀ ਆਵਾਜ਼ ਤੋਂ ਜ਼ਿਆਦਾ ਨਹੀਂ ਹੋ ਸਕਦਾ। ਇਸ ਅਗੰਮੀ ਰਸ ਨੂੰ ਪ੍ਰਾਪਤ ਕਰਕੇ ਵੰਡਣ ਦਾ ਚਾਅ ਦਇਆ ਵਸ ਹੋ ਕੇ ਪੈਦਾ ਹੋ ਜਾਂਦਾ ਹੈ। ਜਦ ਇੱਕ ਜਗਤ ਦਾ ਧਨ ਪ੍ਰਾਪਤ ਹੋਵੇ ਤਾਂ ਸੂਮ ਬਿਰਤੀਆਂ ਪੈਦਾ ਹੁੰਦੀਆਂ ਹਨ, ਲੇਕਿਨ ਨਾਮ ਧਨ ਉਹ ਪਰਮ ਧਨ ਹੈ ਜਿਸ ਨਾਲ ਖੁੱਲ੍ਹ ਦਿਲੀਆਂ ਜਨਮ ਲੈਂਦੀਆਂ ਹਨ ਤੇ ਵੰਡਣ ਨੂੰ ਨਾਮ ਰਸ ਤਤਪਰ ਹੋ ਜਾਂਦਾ ਹੈ। ਜਿਵੇਂ ਅੱਜ ਵਿਗਿਆਨ ਸਰੀਰਕ ਇੰਦਰੀਆਂ ਨੂੰ ਬਦਲਣ ਵਿੱਚ ਸਫਲ ਹੋਇਆ ਹੈ। ਅੱਖਾਂ, ਗੁਰਦੇ ਇੱਕ ਸਰੀਰ ਦਾ ਖੂਨ ਦੂਸਰੇ ਲੋੜਵੰਦ ਸਰੀਰ ਵਿੱਚ ਪਾ ਕੇ ਉਸ ਨੂੰ ਚੱਲਣ ਯੋਗ ਬਣਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਅਵਤਾਰੀ ਪੁਰਸ਼ ਆਪਣਾ ਆਤਮ ਅਨੁਭਵ ਯੋਗ ਹਿਰਦਿਆਂ ਵਿੱਚ ਬਦਲ ਦਿੰਦੇ ਰਹੇ ਹਨ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਪਣਾ ਸਾਰਾ ਆਤਮ ਅਨੁਭਵ ਭਾਈ ਲਹਿਣੇ ਵਿੱਚ ਉਡੇਲ ਦਿੱਤਾ ਸੀ, ਇਸੇ ਤਰ੍ਹਾਂ ਯਗੇ ਬਾਅਦ ਦੀਗਰੇ ਲੰਬੇ ਸਮੇਂ ਤੱਕ ਸੰਸਾਰ ਨੂੰ ਆਤਮ ਲਾਭ ਪਹੁੰਚਾਇਆ ਜਾ ਸਕੇ। ਗੁਰੂ ਨਾਨਕ ਦੇਵ ਜੀ ਨੇ ਆਪਣੀ ਜੋਤ ਦੇ 10 ਸਰੂਪ ਧਾਰਨ ਕੀਤੇ ਅਤੇ ਬੱਦਲ ਬਣ ਕੇ ਆਤਮ ਗਿਆਨੀ ਵਰਸ਼ਾ ਕਰਦੇ ਰਹੇ। ਫਿਰ ਆਤਮ ਰਸ ਤੇ ਗਿਆਨ ਦਾ ਸਾਗਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਣਾ ਦਿੱਤਾ। ਇਸੇ ਹੀ ਮਹਾਨ ਸਾਗਰ ਵਿੱਚੋਂ ਛੋਟੇ ਵੱਡੇ ਬੱਦਲ ਉੱਠ ਕੇ ਵਰਸ਼ਾ ਕਰਦੇ ਰਹੇ, ਅੱਜ ਵੀ ਕਰ ਰਹੇ ਹਨ। ਵਿਆਪਕ ਰੂਪ ਵਿੱਚ ਮਨੁੱਖੀ ਹਿਰਦਿਆਂ ਦੀ ਧਰਤੀ ਸਰਸਬਜ ਅਦਾਬ ਹੋ ਸਕੇ। ਗੁਰਦੁਆਰਿਆਂ ਦੀ ਵਿਆਪਕ ਰੂਪ ਵਿੱਚ ਬਣਤਰ ਹੋਈ ਇਸ ਰਸ ਨੂੰ ਵੰਡਣ ਲਈ ਪ੍ਰਬੰਧਕੀ ਢਾਂਚਾ ਤੇ ਪ੍ਰਚਾਰਕ ਸ਼੍ਰੇਣੀ ਅੱਗੇ ਆਈ। ਗੁਰਮਤ ਦੇ ਆਦਿ ਕਾਲ ਵਿੱਚ ਉਦਾਸੀ ਸਾਧੂਆਂ ਤੋਂ ਇਹ ਰਸ ਵੰਡਣਾ ਆਰੰਭ ਹੋਇਆ। ਅੱਗੇ ਚੱਲ ਕੇ ਇਹਨਾਂ ਉਦਾਸੀਆਂ ਦੁਆਰਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੂਰੇ ਭਾਰਤ ਤੋਂ ਇਲਾਵਾ ਕਾਬਲ ਕੰਧਾਰ ਤੱਕ ਵਿਆਪਕ ਰੂਪ ਵਿੱਚ ਹੋਇਆ। ਜਿੱਥੇ ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਪਾਏ, ਉੱਥੇ ਉੱਥੇ ਗੁਰੂ ਨਾਨਕ ਬਾਣੀ ਦੇ ਸਦੀਵੀ ਝਰਨੇ ਇਹਨਾਂ ਉਦਾਸੀਆਂ ਦੀ ਰਾਹੀਂ ਚੱਲਦੇ ਰਹੇ। ਨਾਨਕ ਪੰਥੀ ਚੂਹਕੁੰਟਾਂ ਵਿੱਚ ਫੈਲੇ ਹੋਏ ਸਨ। ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰਮਤਿ ਪ੍ਰਚਾਰ ਹਿੱਤ ਸੰਦਾਂ ਦੀ ਸਥਾਪਨਾ ਕੀਤੀ, ਪਰ ਇਹ ਥੋੜਾ ਸਮਾਂ ਚੱਲ ਕੇ ਭ੍ਰਸ਼ਟ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਪ੍ਰਥਾ ਨੂੰ ਮੁਕੰਮਲ ਤੌਰ ਤੇ ਖਤਮ ਕਰ ਦਿੱਤਾ, ਲੇਕਿਨ ਉਹਨਾਂ ਦੀ ਪ੍ਰੇਰਣਾ ਤੇ ਬਖਸ਼ਿਸ਼ ਨਾਲ ਨਿਰਮਲਿਆਂ ਦੀ ਸੰਪਦਾ ਨੇ ਜਨਮ ਲਿਆ। ਇਹ ਸੰਸਕ੍ਰਿਤੀ ਅਰਬੀ ਫਾਰਸੀ ਭਾਸ਼ਾਵਾਂ ਦੇ ਗਿਆਤਾ ਤਾਂ ਹੁੰਦੇ ਹੀ ਸਨ, ਭਾਰਤ ਦੀਆਂ ਖੇਤਰੀ ਭਾਸ਼ਾਵਾਂ ਵਿੱਚ ਵੀ ਨਿਪੁੰਨ ਸਨ। ਇਹਨਾਂ ਦੇ ਰਾਹੀਂ ਗੁਰਬਾਣੀ ਦਾ ਗਿਆਨ ਚੂਹਕੁੰਟਾਂ ਵਿੱਚ ਵਧਣ ਫੁੱਲਣ ਲੱਗਾ। ਉਦਾਸੀਆਂ ਤੇ ਨਿਰਮਲਿਆਂ ਦੇ ਗੁਰਦੁਆਰੇ ਪੂਰੇ ਭਾਰਤ ਤੋਂ ਇਲਾਵਾ ਲੰਕਾ, ਤਿੱਬਤ, ਭੂਟਾਨ, ਬਰਮਾ ਤੇ ਅਫਗਾਨਿਸਤਾਨ ਵਿੱਚ ਫੈਲੇ ਹੋਏ ਸਨ। ਪ੍ਰਬੰਧਕੀ ਤੇ ਪ੍ਰਚਾਰਕ ਢਾਂਚਾ ਇਹਨਾਂ ਦੇ ਕੋਲ ਸੀ। ਕੋਈ 2% ਉਦਾਸੀ 20ਵੀਂ ਸਦੀ ਤੱਕ ਪਹੁੰਚਦਿਆਂ ਮਾਇਆ ਦੀ ਲਪੇਟ ਵਿੱਚ ਆਏ ਅਤੇ ਗੁਰਮਤਿ ਸ਼ਕਤੀ ਦਾ ਦੁਰਉਪਯੋਗ ਕਰਨ ਲੱਗ ਪਏ। ਮਹੰਤ ਨਰੈਣ ਦਾਸ ਨਨਕਾਣਾ ਸਾਹਿਬ ਦਾ ਮੁਖੀ ਖਾਸ ਤੌਰ ਤੇ ਭ੍ਰਿਸ਼ਟ ਹੋਣ ਵਾਲਿਆਂ ਦਾ ਮੋਢੀ ਸੀ। ਪੰਥ ਦਰਦਿਆਂ ਦੀ ਸੋਚਣੀ ਨੇ ਗੁਰਮਤਿ ਪ੍ਰਚਾਰ ਹਿੱਤ ਸੋਚਣਾ ਆਰੰਭ ਕੀਤਾ, ਜਿਸ ਅਨੁਸਾਰ ਮਹੰਤ ਨਰੈਣ ਦਾਸ ਦੇ ਕਬਜ਼ੇ ਵਿੱਚੋਂ ਨਨਕਾਣਾ ਸਾਹਿਬ ਨੂੰ ਛੁਡਾਉਣਾ ਸੀ। ਪੰਥ ਦਰਦੀ ਇਸ ਕਾਰਜ ਵਿੱਚ ਸਫਲ ਹੋਏ। ਕਾਨੂੰਨੀ ਤੌਰ ਤੇ ਸਾਰੇ ਗੁਰਦੁਆਰੇ ਜੋ ਅਧਿਕਤਰ
ਇਤਿਹਾਸਕ ਅਸਥਾਨ ਸਨ ਉਦਾਸੀਆਂ ਤੇ ਨਿਰਮਲਿਆਂ ਪਾਸੋਂ ਲੈ ਲਏ। ਇਸ ਤਰ੍ਹਾਂ ਪ੍ਰਬੰਧਕੀ ਦੇ ਪ੍ਰਚਾਰਕ ਨਿਜ਼ਾਮ ਪੰਥ ਹਿਤੈਸ਼ੀਆਂ ਦੇ ਹੱਥ ਵਿੱਚ ਆ ਗਿਆ। ਉਦਾਸੀਨ ਤੇ ਨਿਰਮਲਿਆਂ ਵਿੱਚ ਸਿਰਫ 2% ਭ੍ਰਿਸ਼ਟ ਸਨ, ਬਾਕੀਆਂ ਨੇ ਬੜੇ ਸੁੰਦਰ ਢੰਗ ਨਾਲ ਗੁਰਮਤਿ ਦਾ ਪ੍ਰਚਾਰ ਚਲਾਇਆ ਹੋਇਆ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ, ਦਸਮ ਗ੍ਰੰਥ ਦੀ ਕਥਾ ਤੇ ਸ਼ਾਮ ਨੂੰ ਗੁਰੂ ਪ੍ਰਤਾਪ ਸੂਰਜ ਪ੍ਰਕਾਸ਼ ਦੀ ਕਥਾ ਆਰੰਭ ਕੀਤੀ ਹੋਈ ਸੀ। ਗੁਰੂ ਮਤ ਜਾਣਕਾਰੀ ਵਿੱਚ ਵਾਧਾ ਹੁੰਦਾ ਰਹਿੰਦਾ ਸੀ। ਇਹਨਾਂ ਦੇ ਤਿਆਗੀ ਸੰਤ ਬਾਣੇ ਦਾ ਵੀ ਆਮ ਲੋਕਾਂ ਤੇ ਚੰਗਾ ਪ੍ਰਭਾਵ ਪੈਂਦਾ ਸੀ। ਇਹਨਾਂ ਵਿੱਚੋਂ ਬਹੁਤਾਤ ਵਿੱਚ ਗ੍ਰਹਿਸਥੀ ਨਹੀਂ ਸਨ, ਜਿਸ ਕਰਕੇ ਇਹਨਾਂ ਦੀਆਂ ਦੁਨਿਆਵੀ ਲੋੜਾਂ ਵੀ ਸੀਮਤ ਸਨ। ਆਦਿ ਕਾਲ ਤੋਂ ਮਨੁੱਖਾਂ ਦੀ ਹਰ ਸ਼੍ਰੇਣੀ ਤੇ ਤਿਆਗੀ, ਵਿਰਾਗੀ ਤੇ ਸਮਿਤੀ ਲੋੜਾਂ ਰੱਖਣ ਵਾਲਿਆਂ ਦਾ ਹੀ ਪ੍ਰਭਾਵ ਪੈਂਦਾ ਰਿਹਾ ਹੈ। ਸੰਨਿਆਸੀਆਂ ਤੇ ਵੈਰਾਗੀਆਂ ਦੀ ਰਾਹੀਂ ਵੈਦਿਕ ਧਰਮ ਚਹੁੰ-ਕੁੰਟਾਂ ਵਿੱਚ ਫੈਲਿਆ। ਬੋਧੀ ਭਿਕਸ਼ੂਆਂ ਦੀ ਰਾਹੀਂ ਭਾਰਤ ਦੀ ਸੀਮਾ ਨੂੰ ਟੱਪ ਮਹਾਤਮਾ ਬੁੱਧ ਦੇ ਵਿਚਾਰਾਂ ਦਾ ਪ੍ਰਚਾਰ ਹੋਇਆ। ਇਹਨਾਂ ਬੋਧੀ ਭਿਕਸ਼ੂਆਂ ਨੇ ਮਹਾਤਮਾ ਬੁੱਧ ਨੂੰ ਏਸ਼ੀਆ ਦਾ ਚਾਨਣ ਬਣਾ ਦਿੱਤਾ। ਇਸਲਾਮ ਬਾਰੇ ਭਾਵੇਂ ਇਹ ਕਹਾਵਤ ਪ੍ਰਚਲਿਤ ਹੈ ਕਿ ਇਹ ਤਲਵਾਰ ਦੇ ਜ਼ੋਰ ਨਾਲ ਫੈਲਿਆ, ਸੱਚਾਈ ਇਹ ਵੀ ਨਾਲ ਹੈ ਕਿ ਇਸਲਾਮ ਦੇ ਸਿਧਾਂਤਕ ਨੁਕਤਿਆਂ ਨੂੰ ਸੂਫੀ ਫਕੀਰਾਂ ਨੇ ਫੈਲਾਇਆ। ਤਲਵਾਰ ਦੇ ਜ਼ੋਰ ਨਾਲ ਕੋਈ ਮਜ਼ਬੂਤ ਹੋ ਕੇ ਹੀ ਇਸਲਾਮ ਕਬੂਲ ਕਰਦਾ ਸੀ, ਪਰ ਸੂਫੀ ਫਕੀਰਾਂ ਦੀ ਤਰਜ਼ੇ ਜ਼ਿੰਦਗੀ ਤੇ ਪ੍ਰਚਾਰ ਹੋਣ ਲੋਕੀ ਖੁਸ਼ੀ ਨਾਲ ਇਸਲਾਮ ਕਬੂਲ ਕਰਦੇ ਸਨ। ਸੂਫੀ ਫਕੀਰਾਂ ਦੀ ਰਹਿਣੀ ਬਹਿਣੀ ਕਥਨੀ ਚੰਗੀ ਪ੍ਰਭਾਵਸ਼ਾਲੀ ਸੀ। ਈਰਾਨੀ, ਅਫਗਾਨਿਸਤਾਨ ਦੇ ਰੂਸ ਦਾ ਇਲਾਕਾ ਤੇ ਫਿਰ ਹਿੰਦੁਸਤਾਨ ਅਧਿਕਤਰ ਸੂਫੀ ਫਕੀਰਾਂ ਦੇ ਪ੍ਰਚਾਰ ਹੇਠ ਆ ਕੇ ਮੁਸਲਮਾਨ ਬਣਿਆ। ਮੁਸਲਮਾਨ ਅੱਜ ਵੀ ਇਨ੍ਹਾਂ ਸੂਫੀ ਫਕੀਰਾਂ ਦੇ ਮਜ਼ਾਰਾਂ ਤੇ ਉਸ ਮਨਾਉਂਦੇ ਹਨ। ਸਾਰਾ ਅਹਿਲੇ ਇਸਲਾਮ ਇਨ੍ਹਾਂ ਫਕੀਰਾਂ ਤੋਂ ਪ੍ਰਭਾਵਿਤ ਹੈ। ਖੁਦਾ ਦੀ ਦਿਸ਼ਾ ਸੇਧ ਮੁਸਲਮਾਨ ਇਨ੍ਹਾਂ ਤੋਂ ਲੈਂਦੇ ਹਨ। ਸਾਰਾ ਹਿੰਦੂ ਜਗਤ ਅੱਜ ਵੀ ਸੰਨਿਆਸੀ, ਬੈਰਾਗੀ, ਜੋਗੀਆਂ ਦੀ ਪਰਿਕਰਮਾ ਕਰਦਾ ਦਿਖਾਈ ਦੇ ਰਿਹਾ ਹੈ। ਬੁੱਧ ਧਰਮ ਦੀ ਛਾਪ ਲਾਮਿਆਂ ਤੇ ਭਿਕਸ਼ੂਆਂ ਤੇ ਅੱਜ ਵੀ ਪੂਰਨ ਤੌਰ ਤੇ ਬਣੀ ਹੋਈ ਹੈ। ਈਸਾਈ ਜਗਤ ਤੇ ਪਾਦਰੀ ਮਸ਼ੀਨਰੀ ਲੋਕਾਂ ਨੇ ਈਸਾਈਅਤ ਨੂੰ ਚਾਰ ਚੰਨ ਲਾਏ ਹਨ। ਵਿਸ਼ਵ ਵਿਆਪੀ ਐਸੇ ਧਾਰਮਿਕ ਹਾਲਾਤ ਹੇਠ ਅਸੀਂ ਸਿੱਖ ਧਰਮ ਦੀ ਤੁਲਨਾਤਮਕ ਵਿਚਾਰ ਕਰਨੀ ਹੈ। ਸਿੱਖ ਧਰਮ ਦਾ ਪ੍ਰਬੰਧਕੀ ਢਾਂਚਾ ਤੇ ਪ੍ਰਚਾਰਕ ਸ਼੍ਰੇਣੀ ਉਦਾਸੀ ਤੇ ਨਿਰਮਲੇ ਸਾਧੂ। ਪੁਰਾਣੇ ਉਦਾਸੀ ਤੇ ਨਿਰਮਲੇ ਸਾਧੂ ਸਮਾਜ ਨੂੰ ਲਾਂਭੇ ਕਰਕੇ ਅਸੀਂ ਇਹ ਸੋਚਿਆ ਸੀ ਕਿ ਗੁਰਮਤਿ ਦੀ ਰੋਸ਼ਨੀ ਨੂੰ ਜ਼ਮੀਨ ਤੋਂ ਫਲਕ ਤੱਕ ਲੈ ਜਾਵਾਂਗੇ, ਪਰ ਅਸੀਂ ਇਸ ਵਿੱਚ ਪੂਰਨ ਤੌਰ ਤੇ ਅਸਫਲ ਰਹੇ। ਫਕੀਰੀ ਲਿਬਾਸ ਦੇ ਰਹਿਣ ਸਹਿਣ ਤੋਂ ਸਮੁੱਚਾ ਮਨੁੱਖੀ ਸਮਾਜ ਪ੍ਰਭਾਵਿਤ ਰਿਹਾ। ਸਿੱਖ ਵੀ ਇਸ ਤੋਂ ਨਿਆਰੇ ਨਹੀਂ ਸਨ। ਨਵੇਂ ਰੂਪ ਵਿੱਚ ਉਦਾਸੀ ਤੇ ਨਿਰਮਲਿਆਂ ਤੋਂ ਵਧੇਰੇ ਸਾਧੂਆਂ ਦੇ ਡੇਰੇ ਆਲਮੇ ਵਜੂਦ ਵਿੱਚ ਆਏ। ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਤੇ ਵਿਆਕਰਨ ਦੇ ਬੋਧ ਤੋਂ ਇਹ ਸਾਧੂ ਸਮਾਜ ਵਾਜਾ ਹੈ। ਸੰਸਕ੍ਰਿਤੀ, ਅਰਬੀ, ਫਾਰਸੀ ਵੀ ਇਹਨਾਂ ਨੇ ਨਹੀਂ ਪੜ੍ਹੀ। ਨਾਮ ਰਸ ਦੀ ਸਾਧਨਾ ਵੀ ਸਿਰਫ ਦਿਖਾਵਾ ਹੈ। ਸਿੱਖ ਤੇ ਨਾਮ ਅਭਿਆਸੀਆਂ ਦੇ ਥਾਂ ਮੰਨ ਲਏ। ਆਪਣੇ ਧਾਰਮਿਕ ਪਹਿਰਾਵੇ ਦੇ ਪ੍ਰਭਾਵ ਨਾਲ ਇਹਨਾਂ ਨੇ ਸੰਗਤਾਂ ਨੂੰ ਗੁਰਮਤਿ ਤੋਂ ਤੋੜ ਕੇ ਆਪਣੇ ਨਾਲ ਜੋੜਿਆ ਹੋਇਆ ਹੈ। ਵੱਖ-ਵੱਖ ਮਰਿਆਦਾਵਾਂ ਰਾਹੀਂ ਕੌਮ ਨੂੰ ਧਾਰਮਿਕ ਤੌਰ ਤੇ ਖੈਰੂ ਕੀਤਾ ਹੋਇਆ ਹੈ। ਗੁਰਮਤਿ ਰਹਿਣੀ ਬਹਿਣੀ ਵਿੱਚ ਨਿਪੁੰਨ ਤੇ ਰਸਿਕ ਸਾਧੂ ਨਾਮ ਮਾਤਰ ਹਨ। ਕੁੱਲ ਮਿਲਾ ਕੇ ਅਸੀਂ ਉਸਾਰੂ ਤਾਮੀਰ ਬੁਨਿਆਦੀ ਤੇ ਆਦਿ ਤੋਂ ਚੱਲੇ ਆ ਰਹੇ ਸਾਧੂ ਸਮਾਜ ਨੂੰ ਖਤਮ ਕਰਕੇ ਨਵੇਂ ਸਾਧੂ ਸਮਾਜ ਨੂੰ ਜਨਮ ਦਿੱਤਾ, ਜੋ ਪੁਰਾਣੇ ਸਾਧੂ ਸਮਾਜ ਦੇ ਆਸਕੂ ਵੀ ਨਹੀਂ ਹੈ। ਪਰੰਤੂ ਇਹਨਾਂ ਵਿੱਚੋਂ ਕੁਝ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਵਿੱਚ ਖੁਦ ਗੁਰੂ ਬਣਨ ਦਾ ਦਾਅਵਾ ਵੀ ਕਰ ਬੈਠੇ ਹਨ। ਕੁੱਲ ਮਿਲਾ ਕੇ ਗੁਰਮਤਿ ਉਸਾਰੀ ਦੀ ਵਿਉਂਤ ਇਹਨਾਂ ਦੇ ਆਸਰੇ ਸਿਰੇ ਨਹੀਂ ਚੜ੍ਹ ਸਕਦੀ। ਪੁਰਾਣੀ ਪਰੰਪਰਾ ਨੂੰ ਖਤਮ ਕਰਕੇ ਨਵੀਂ ਸਾਧੂ ਪਰੰਪਰਾ ਨੂੰ ਜਨਮ ਦੇਣ ਵਿੱਚ ਅਸੀਂ ਘਾਟੇ ਵਿੱਚ ਰਹੇ ਹਾਂ ਅਤੇ ਪ੍ਰਤੱਖ ਰੂਪ ਵਿੱਚ ਇਹ ਘਾਟਾ ਵੇਖਿਆ ਜਾ ਸਕਦਾ ਹੈ। ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਪੁਰਾਣੇ ਸਾਧੂ ਸਮਾਜ ਦੇ ਸਾਹਮਣੇ ਸਿਫਰ ਹੈ। ਪੁਰਾਣਾ ਸਾਧੂ ਸਮਾਜ ਕਥਨੀ ਤੇ ਕਰਨੀ ਰਾਹੀਂ ਜੋ ਗੁਰਮਤਿ ਦੀ ਦਾਤ ਵੰਡ ਰਿਹਾ ਸੀ, ਇਹਨਾਂ ਦੀ ਹੋਂਦ ਉਸ ਦਾਤ ਨੂੰ ਖੋ ਰਹੀ ਹੈ। ਇਹਨਾਂ ਦੀ ਹੋਂਦ ਕੌਮ ਤੇ ਅਨਮਤੀਆਂ ਤੇ ਗੁਰਮਤਿ ਦਾ ਕੋਈ ਪ੍ਰਭਾਵ ਨਹੀਂ ਪਾਉਂਦੀ। ਭਾਵੇਂ ਪ੍ਰਬੰਧਕੀ ਢਾਂਚੇ ਦੇ ਆਦਿ ਕਾਲ ਵਿੱਚ ਗਹਿਰ ਗੰਭੀਰ ਤੇ ਉਸਾਰੂ ਰੁਚੀਆਂ ਦੇ ਧਾਰਨੀ ਅੱਗੇ ਆਏ, ਪਰ ਸਮੇਂ ਦੇ ਪ੍ਰਭਾਵ ਨਾਲ ਮਸੰਦਾਂ ਦੀ ਤਰ੍ਹਾਂ ਹੀ ਭ੍ਰਿਸ਼ਟ ਹੋ ਗਏ। ਕਾਰ ਦੇ ਫੂਕਿਆਂ ਹੋਇਆਂ ਨੇ
ਜਾਤ ਪਾਤ ਨੂੰ ਜਾਤੀ ਮੁਫਾਦ ਦਾ ਕੇਂਦਰ ਬਣਾਇਆ ਹੋਇਆ ਹੈ, ਜਿਸ ਕਰਕੇ ਗੁਰਦੁਆਰੇ ਰਾਜਨੀਤੀ ਦੇ ਅਖਾੜੇ ਬਣ ਗਏ ਹਨ। ਰਾਜਨੀਤੀ ਮੇਰ ਤੇਰ ਤੇ ਖੜੀ ਹੈ। ਰਾਜਨੀਤੀ ਵਿੱਚ ਦੂਜੇ ਲਈ ਕੋਈ ਥਾਂ ਨਹੀਂ। ਇਸ ਵਾਸਤੇ ਬਹੁਤੇ ਗੁਰਦੁਆਰੇ ਲੜਾਈ ਦੇ ਅਖਾੜੇ ਬਣ ਗਏ ਹਨ। ਲੜਾਈ ਝਗੜਿਆਂ ਤੇ ਕਲਹ ਕਲੇਸ਼ ਦੀਆਂ ਇਹ ਚੰਗਿਆੜੀਆਂ ਜਦ ਗੁਰਦੁਆਰੇ ਦੀ ਚਾਰ ਦੀਵਾਰੀ ਤੋਂ ਬਾਹਰ ਆ ਜਾਂਦੀਆਂ ਹਨ ਤਾਂ ਗੁਰਮਤਿ ਹਿਤੈਸ਼ੀਆਂ ਦੇ ਹਿਰਦੇ ਰੋ ਉੱਠਦੇ ਹਨ ਅਤੇ ਅਨਮਤੀਆਂ ਤੇ ਸਿੱਖੀ ਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਇਸੇ ਹੀ ਰਾਜਨੀਤਿਕ ਢਾਂਚੇ ਹੇਠ ਰਾਗੀ ਪ੍ਰਚਾਰਕ ਤੇ ਗ੍ਰੰਥੀ ਸ਼੍ਰੇਣੀ ਚੱਲ ਰਹੀ ਹੈ, ਜੋ ਆਪਣੀ ਸੁਤੰਤਰ ਸੋਚਣੀ ਗਵਾ ਬੈਠੀ ਹੈ। ਸਿਰਫ ਨੌਕਰ ਤੇ ਮਾਲਕ ਦਾ ਰਿਸ਼ਤਾ ਹੀ ਰਹਿ ਗਿਆ ਹੈ। ਕੋਈ ਬਹੁਤ ਵੱਡੀ ਗੁਰਮਤ ਉਸਾਰੂ ਉਮੀਦ ਇਹਨਾਂ ਤੋਂ ਨਹੀਂ ਕੀਤੀ ਜਾ ਸਕਦੀ। ਪ੍ਰਬੰਧਕ ਆਪਣੇ ਰਾਜਨੀਤਿਕ ਲਾਭ ਹੇਠ ਅਨਮਤੀਆਂ ਦੀ ਖੁਸ਼ਨੁਦੀ ਹਾਸਲ ਕਰਨ ਲਈ ਗੁਰਮਤ ਨੂੰ ਪਿੱਛੇ ਰੱਖਦੇ ਹਨ ਤਾਂ ਪ੍ਰਚਾਰਕ ਸ਼੍ਰੇਣੀ ਸੰਕੀਰਨ ਦ੍ਰਿਸ਼ਟੀ ਕਰਕੇ ਗੁਰਮਤ ਨੂੰ ਪਿੱਛੇ ਰੱਖਦੀ ਹੈ। ਐਸੇ ਹਾਲਾਤ ਵਿੱਚ ਗੁਰਮਤ ਦੇ ਫੈਲਾਅ ਦੀ ਆਸ ਰੱਖਣੀ ਰੇਤ ਵਿੱਚੋਂ ਹਿੱਲ ਕੱਢਣਾ ਹੈ। ਪ੍ਰਬੰਧਕੀ ਢਾਂਚੇ ਦਾ ਸਿਆਸੀ ਤੇ ਜਾਤੀ ਲਾਭ ਤੇ ਪ੍ਰਚਾਰਕ ਸ਼੍ਰੇਣੀ ਦਾ ਆਰਥਿਕ ਲਾਭ ਹੀ ਜੀਵਨ ਦਾ ਮੁੱਦਾ ਰਹਿ ਗਿਆ ਹੈ। ਅਨਮਤੀਆਂ ਨੂੰ ਤਾਂ ਕੁਝ ਮਿਲਣਾ ਹੀ ਨਹੀਂ ਸੀ। ਗੁਰਮਤ ਹਿਤੈਸ਼ੀ ਵੀ ਗੁਰਬਾਣੀ ਦੇ ਅਧਿਆਤਮਿਕ ਲਾਭ ਤੋਂ ਵਾਂਝੇ ਹੁੰਦੇ ਜਾ ਰਹੇ ਹਨ। ਇਸ ਗਤੀ ਕਰਕੇ ਇਹਨਾਂ ਆਗੂਆਂ ਦੇ ਜੀਵਨ ਵੀ ਗੁਰਮਤ ਦੇ ਪ੍ਰਭਾਵ ਤੋਂ ਹੀਣੇ ਹੁੰਦੇ ਜਾ ਰਹੇ ਹਨ। ਹੁਣ ਤਾਂ ਇਹ ਹੀ ਕਹਿਣਾ ਬਣਦਾ ਹੈ। ਕਹਿੰਦੇ ਹਨ ਕਿ ਸਿਆਣਪ ਦੀ ਨਿਸ਼ਾਨੀ ਹੈ ਕਿ ਆਪਣੇ ਤਜਰਬਿਆਂ ਤੋਂ ਸਿੱਖਿਆ ਲਈ ਜਾਵੇ ਅਤੇ ਮਹਾਨ ਸਿਆਣਪ ਇਹ ਹੈ ਕਿ ਦੂਜਿਆਂ ਦੇ ਤਜਰਬਿਆਂ ਤੋਂ ਵੀ ਸਿੱਖਿਆ ਲਈ ਜਾਵੇ। ਬਹੁਤ ਥੋੜੇ ਮਨੁੱਖ ਮੈਂ ਦੇਖਦਾ ਹਾਂ ਜੋ ਗੁਰੂ ਪੰਥ ਵਿੱਚ ਆਇਆ ਤਰੱਕੀਆਂ ਤੋਂ ਦੁਖੀ ਹੋ ਕੇ ਕੋਈ ਸੁਧਾਰੂ ਬਿਰਤੀ ਰੱਖਦੇ ਹਨ ਅਤੇ ਜਿਨ੍ਹਾਂ ਕੋਲ ਕੋਈ ਸੁਧਾਰੂ ਵਿਚਾਰ ਹਨ ਉਹ ਉਜਾਗਰ ਨਹੀਂ ਕਰਦੇ, ਜਿਸ ਕਰਕੇ ਪੰਥਕ ਕਾਫਲਾ ਦਿਸ਼ਾਹੀਨ ਹੈ। ਜਿਸ ਅਣਥਕ ਉਤਾਰ ਚੜਾਵ ਤੋਂ ਅਸੀਂ ਲੰਘ ਰਹੇ ਹਾਂ, ਕ੍ਰਿਸਚੀਅਨਿਟੀ ਈਸਾਈਅਤ ਇਸ ਉਤਾਰ ਚੜਾਵ ਤੋਂ ਲੰਘ ਚੁੱਕੀ ਹੈ ਤੇ ਉਹਨਾਂ ਨੇ ਆਪਣਾ ਸੁਧਾਰਕ ਢਾਂਚਾ ਬਣਾ ਲਿਆ ਹੈ। ਲੇਕਿਨ ਅਫਸੋਸ ਕਿ ਸਿੱਖ ਜਗਤ ਵਿੱਚ ਅਜੇ ਤੱਕ ਸੁਧਾਰਕ ਸੋਚਣੀ ਪੈਦਾ ਨਹੀਂ ਹੋਈ। ਈਸਾਈ ਜਗਤ ਵਿੱਚ ਧਾਰਮਿਕ ਮੁਖੀ ਪੋਪ ਹੈ ਔਰ ਪੋਪ ਦਾ ਨਾਮ ਸਿਰਫ ਧਾਰਮਿਕ ਲੋਕ ਪਾਦਰੀ ਹੀ ਕਰਦੇ ਹਨ। ਰੋਮਨ ਕੈਥੋਲਿਕ ਪਾਦਰੀ ਲੰਬੀ ਸਿੱਖਿਆ ਦੀ ਪ੍ਰੀਖਿਆ ਤੋਂ ਬਣਦੇ ਹਨ। ਅਕਸਰ ਘਰ ਸੰਸਾਰੀ ਲੋਕ ਘਰ ਸੰਸਾਰ ਦੇਖ ਕੇ ਇਸ ਪੇਸ਼ੇ ਵਿੱਚ ਆਉਂਦੇ ਹਨ। ਦੂਜੇ ਪ੍ਰੋਟੈਸਟ ਹਨ ਜੋ ਘਰ-ਬਾਰੀ ਗ੍ਰਹਿਸਤੀ ਹੁੰਦੇ ਹਨ। ਇਹ ਦੋਵੇਂ ਰਾਜਨੀਤੀ ਤੇ ਰਾਜਨੀਤਿਕਾਂ ਤੋਂ ਨਿਆਰੇ ਹੁੰਦੇ ਹਨ। ਰਾਜਨੀਤਿਕ ਇਹਨਾਂ ਦੇ ਕਦਮਾਂ ਵਿੱਚ ਰੁਲਦੇ ਹਨ। ਰੋਮ ਦਾ ਪੋਪ ਆਪਣੀ ਐਸੀ ਧਾਰਮਿਕ ਬਾਦਸ਼ਾਹਤ ਰੱਖਦਾ ਹੈ ਕਿ ਦੁਨੀਆ ਦੀ ਸਾਰੀ ਬਾਦਸ਼ਾਹਤ ਉਸ ਦੇ ਕਦਮਾਂ ਵਿੱਚ ਰੁਲਦੀ ਹੈ। ਈਸਾਈ ਰਾਜਨੀਤੀ ਪੋਪ ਤੇ ਪਾਦਰੀਆਂ ਨੂੰ ਪ੍ਰਭਾਵਿਤ ਨਹੀਂ ਕਰਦੀ, ਬਲਕਿ ਪੋਪ ਦਾ ਧਾਰਮਿਕ ਪ੍ਰਭਾਵ ਹੀ ਰਾਜਨੀਤਿਕ ਕਬੂਲ ਕਰਦੇ ਹਨ। ਇਸੇ ਉਸਾਰੂ ਤੇ ਸੁਧਾਰੂ ਨੀਤੀ ਕਰਕੇ ਹੀ ਈਸਾਈਅਤ ਅੱਜ ਸੰਸਾਰ ਦਾ ਵੱਡਾ ਧਰਮ ਹੈ। ਇਹ ਠੀਕ ਹੈ ਕਿ ਜਿਤਨੀ ਸਿੱਖ ਪੰਥ ਦੀ ਉਮਰ ਹੈ ਇਤਨੀ ਉਮਰ ਤਾਂ ਈਸਾਈਆਂ ਨੇ ਆਪਸ ਵਿੱਚ ਲੜਦਿਆਂ ਹੀ ਲੰਘਾ ਦਿੱਤੀ ਔਰ ਇਹ ਸਾਰੀ ਲੜਾਈ ਰਾਜਨੀਤੀ ਕਰਕੇ ਹੁੰਦੀ ਸੀ। ਪਰੰਤੂ ਆਖਰ ਧਰਮ ਤੋਂ ਰਾਜਨੀਤੀ ਨੂੰ ਜਿਵੇਂ ਅੱਡ ਕੀਤਾ ਗਿਆ, ਈਸਾਈਅਤ ਸਾਰੀ ਦੁਨੀਆ ਦੇ ਸਮਾਜਿਕ ਤੇ ਰਾਜਨੀਤਿਕ ਸੰਸਾਰ ਤੇ ਭਾਰੂ ਪੈ ਗਈ। ਸਾਰੀ ਦੁਨੀਆ ਨੇ ਹਰ ਸ਼ੋਬੇ ਵਿੱਚ ਇਹਨਾਂ ਦੀ ਧਾਰਮਿਕ ਛਾਪ ਥੋੜੇ ਬਹੁਤ ਰੂਪ ਵਿੱਚ ਮਿਲਦੀ ਹੈ। ਈਸਾਈਆਂ ਦਾ ਧਾਰਮਿਕ ਪ੍ਰਚਾਰ ਕਾਫਲਾ ਬਿਨਾਂ ਰੋਕ ਟੋਕ ਦੇ ਅੱਗੇ ਚੱਲ ਰਿਹਾ ਹੈ। ਸਮੁੱਚਾ ਈਸਾਈ ਜਗਤ ਇਸ ਕਾਫਲੇ ਨੂੰ ਆਰਥਿਕ ਸਹਾਇਤਾ ਤਾਂ ਦਿੰਦਾ ਹੈ, ਪਰ ਕਿਸੇ ਪ੍ਰਕਾਰ ਦਾ ਰਾਜਨੀਤਿਕ ਪ੍ਰਭਾਵ ਪਾਉਣਾ ਹੁਣ ਸੁਪਨੇ ਵੱਤ ਹੋ ਗਿਆ। ਜਦ ਕਿ ਸਿੱਖ ਜਗਤ ਵਿੱਚ ਧਾਰਮਿਕ ਕੇਂਦਰ ਰਾਜਨੀਤੀ ਦੇ ਅਖਾੜੇ ਬਣ ਰਹਿ ਗਏ। ਰਾਜਨੀਤਿਕ ਲਾਭ ਲੈਣਾ ਜੀਵਨ ਦਾ ਲਕਸ਼ ਬਣਿਆ ਹੋਇਆ ਹੈ। ਈਸਾਈ ਬਹੁਤ ਲੰਬੇ ਚੌੜੇ ਆਪਸੀ ਖੂਨ ਖਰਾਬੇ ਤੋਂ ਬਾਅਦ ਹੀ ਇਸ ਸੁਧਾਰ ਢਾਂਚੇ ਨੂੰ ਜਨਮ ਦੇਣ ਵਿੱਚ ਸਫਲ ਹੋਏ ਹਨ। ਮਹੰਤੀ ਢਾਂਚੇ ਨੂੰ ਬਦਲਣ ਵਿੱਚ ਛੋਟੇ ਖੂਨ ਖਰਾਬੇ ਵਿੱਚੋਂ ਸਿੱਖ ਜਗਤ ਵੀ ਲੰਘਿਆ ਸੀ। ਮਹੰਤਾਂ ਦੇ ਸਿਆਸੀ ਤਾਕਤ ਨਾ ਰੱਖਣ ਦੇ ਬਾਵਜੂਦ ਛੋਟਾ ਖੂਨ ਖਰਾਬਾ ਹੋਇਆ ਸੀ। ਸਿਆਸੀ ਸਕੰਜਿਆਂ ਵਿੱਚ ਅੱਜ ਸਾਰਾ ਸਿੱਖ ਜਗਤ ਗ੍ਰਿਫਤ ਹੈ।
ਹੱਥ ਜੋੜ ਕੇ ਇਹ ਤਾਂ ਹਟਣ ਵਾਲੇ ਨਹੀਂ, ਹੱਥ ਤੋੜ ਕੇ ਹੀ ਰਸਤਾ ਬਣਾਉਣਾ ਪਵੇਗਾ। ਸਾਰੂ ਵਿਦਿਆ ਕੇਂਦਰ ਦੇ ਨਾਮ ਸਿਮਰਨ ਦੇ ਅਭਿਆਸ ਨਾਲ ਹੀ ਇਸ ਕੰਮ ਨੂੰ ਸਿਰੇ ਚੜਾਇਆ ਜਾ ਸਕਦਾ ਹੈ। ਹੁਣ ਤਾਂ ਸਾਰਿਆਂ ਦੇ ਮੂੰਹ ਤੇ ਰਾਜਨੀਤੀ ਦੀ ਚਾਸਨੀ ਚੜੀ ਹੋਈ ਹੈ, ਚਾਹੇ ਪ੍ਰਬੰਧਕੀ ਢਾਂਚਾ ਹੋਵੇ ਚਾਹੇ ਪ੍ਰਚਾਰਕ ਸ਼੍ਰੇਣੀ। ਚਰਚ ਦੇ ਅੰਦਰ ਕੇਵਲ ਪ੍ਰਾਰਥਨਾ, ਵਿਆਖਿਆ, ਭਜਨ ਹੀ ਹੁੰਦਾ ਹੈ, ਪਰ ਸਾਡੇ ਵਿੱਚ ਤਾਂ ਬਣੀ ਹੋਈ ਧਰਮ ਦੀ ਖੀਰ ਉੱਪਰ ਰਾਜਨੀਤੀ ਦੀ ਰੇਤ ਪਾ ਦਿੰਦੇ ਹਨ। ਇਸੇ ਹੀ ਰਾਜਨੀਤਿਕ ਪ੍ਰਭਾਵ ਹੇਠ ਧਰਮ ਦੀ ਸਰਿਤਾ ਚੱਲ ਰਹੀ ਹੈ। ਇਸ ਸਰਿਤਾ ਵਿੱਚੋਂ ਨਿਰਮਲਤਾ ਦੀ ਥਾਂ ਰਾਜਨੀਤੀ ਦੀ ਸੜਾਂਧ ਦੀ ਬਦਬੂ ਹੀ ਆਉਂਦੀ ਹੈ। ਕਿਧਰੇ ਕਿਧਰੇ ਗੁਰਦੁਆਰਿਆਂ ਵਿੱਚ ਰਸਿਕ, ਸੇਵਾ ਭਾਵ ਤੇ ਉਦਾਰ ਹਿੱਤ ਪ੍ਰਬੰਧਕ ਵੀ ਦੇਖੀਦੇ ਹਨ। ਇਸ ਨਾਲ ਉਹਨਾਂ ਨੂੰ ਸਮਾਰਥਕ ਲਾਭ ਤਾਂ ਮਿਲਦਾ ਹੈ, ਪਰ ਨਜੀਮੀ ਢਾਂਚੇ ਅਨੁਸਾਰ ਜਗਤ ਵਿੱਚ ਗੁਰਮਤਿ ਪ੍ਰਚਾਰ ਹੋ ਸਕੇ, ਇਹ ਉਹਨਾਂ ਦੀ ਸੋਚ ਦੇ ਦਾਇਰੇ ਵਿੱਚ ਨਹੀਂ ਹੈ। ਬਾਕੀ ਰਹਿੰਦੇ ਵਿਚਾਰ ਅਗਲੀ ਵੀਡੀਓ ਵਿੱਚ ਸੰਗਤ ਦੇ ਸਾਹਮਣੇ ਰੱਖਾਂਗੇ। ਤੇ ਪ੍ਰਵਾਨ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।